हेलो स्टूडेंट्स, वेलकम टू ऑनलाइन क्लास। मैं सुखवंत सिंह। ਆਪਾਂ ਕਰ ਰਹੇ ਹਾਂ ਪਲੱਸ 2 ਦਾ ਪੰਜਾਬੀ ਸਾਹਿਤ। ਪਲੱਸ 2 ਦੇ ਪੰਜਾਬੀ ਸਾਹਿਤ ਵਿੱਚ ਆਪਾਂ ਕਵਿਤਾ ਦੇ ਪਾਠ ਦੇ ਵਿੱਚ 10ਵਾਂ ਪਾਠ ਸੁਰਜੀਤ ਪਾਤਰ ਦੀ ਕਵਿਤਾ ਕਰ ਰਹੇ ਸੀ। ਇੱਕ ਕਵਿਤਾ ਉਹਨਾਂ ਦੀ ਕਰ ਲਈ ਸੀ। ਹੁਣ ਆਪਾਂ ਦੂਜੀ ਕਵਿਤਾ ਕਰਨ ਜਾ ਰਹੇ ਹਾਂ। ਆਇਆ ਨੰਦ ਕਿਸ਼ੋਰ, ਸੁਰਜੀਤ ਪਾਤਰ ਦੀ ਦੂਜੀ ਕਵਿਤਾ। ਪਿਛਲੀ ਵੀਡੀਓ ਦੇ ਵਿੱਚ ਆਪਾਂ ਪਹਿਲੀ ਕਵਿਤਾ ਕਰ ਲਈ ਸੀ ਪੁਰਖਿਆਂ ਦੇ ਰਸਤੇ ਤੇ। ਹੁਣ ਆਪਾਂ ਕਰਨ ਜਾ ਰਹੇ ਹਾਂ ਦੂਜੀ ਕਵਿਤਾ। ਦੂਜੀ ਕਵਿਤਾ ਹੈ ਆਇਆ ਨੰਦ ਕਿਸ਼ੋਰ ਕਵਿਤਾ ਹੈ। ਇਸ ਕਵਿਤਾ ਨੂੰ ਆਪਾਂ ਚਾਰ ਹਿੱਸਿਆਂ 'ਚ ਚਾਰ ਆਪਾਂ ਵਿਆਖਿਆਵਾਂ ਕਰਾਂਗੇ ਇਹਨਾਂ ਦੀਆਂ। ਤਾਂ ਪਹਿਲੀ ਆਪਣੀ ਜਿਹੜੀ ਵਿਆਖਿਆ ਹੈ, ਪਿੱਛੇ 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 ਰਿਜ਼ਕ ਦੇ, ਪਿੱਛੇ ਪਿੱਛੇ ਰਿਜ਼ਕ ਦੇ ਲੈ ਕੇ ਆਪਣੀ ਵਿਆਖਿਆ ਹੋਊਗੀ ਲੁਗਾਈ ਉਸਦੀ। ਲੁਗਾਈ ਲੁਗਾਈ ਉਸਦੀ ਤੱਕ ਆਪਾਂ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਪਹਿਲਾ ਕਾਵਿ ਸਤਰਾ ਦੁਹਰਾਵਾਂਗੇ, ਫਿਰ ਆਪਾਂ ਪ੍ਰਸੰਗ, ਫਿਰ ਵਿਆਖਿਆ। ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ, ਚੱਲ ਕੇ ਦੂਰ ਬਿਹਾਰ ਤੋਂ ਗੱਡੀ ਗੱਡੀ ਬੈਠਾ ਸਿਆਲ ਦਾ। ਨਾਲ ਬਥੇਰੇ ਹੋਰ ਰਾਮ ਕਲੀ ਵੀ ਨਾਲ ਸੀ, ਸੁੰਗੜ ਲੁਕਾਈ ਉਸਦੀ। ਸੁੰਗੜ ਦਾ ਭਾਵ ਸਮਝਦਾਰ, ਲੁਕਾਈ ਦਾ ਭਾਵ ਉਹਦੀ ਘਰਵਾਲੀ, ਉਹਦੀ ਪਤਨੀ, ਉਹਦਾ ਪਰਿਵਾਰ। ਸੁੰਗੜ ਲੁਕਾਈ ਉਹਦੇ ਨਾਲ ਸੀ। ਬਿਹਾਰ ਤੋਂ ਆਇਆ ਕੌਣ? ਨੰਦ ਕਿਸ਼ੋਰ। ਤਾਂ ਪ੍ਰਸੰਗ, ਇਹ ਕਾਵਿ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਪੰਜਾਬੀ ਕਾਵਿ ਧਾਰਾ ਭਾਗ ਦੂਜਾ ਕਾਵਿ ਸੰਗ੍ਰਹਿ ਵਿੱਚ ਦਰਜ ਸੁਰਜੀਤ ਪਾਤਰ ਦੀ ਰਚਨਾ ਆਇਆ ਨੰਦ ਕਿਸ਼ੋਰ ਵਿੱਚੋਂ ਲਈਆਂ ਗਈਆਂ ਹਨ। ਵਿੱਚੋਂ ਲਈਆਂ ਗਈਆਂ ਹਨ ਜਿਹੜੀਆਂ ਆਪਣੀਆਂ ਕਾਵਿ ਸੂਤਰ ਹੈ। ਪੰਜਾਬੀ ਕਾਵਿ ਧਾਰਾ ਭਾਗ ਦੂਜਾ ਕਾਵਿ ਸੰਗ੍ਰਹਿ ਵਿੱਚ ਦਰਜ ਸੁਰਜੀਤ ਪਾਤਰ ਦੀ ਕਵਿਤਾ ਆਇਆ ਨੰਦ ਕਿਸ਼ੋਰ ਵਿੱਚੋਂ ਲਈਆਂ ਗਈਆਂ ਹਨ, ਜਿਹੜੀਆਂ ਆਪਣੀਆਂ ਇਹ ਕਾਵਿ ਸਤਰਾਂ ਹਨ। ਇਸ ਵਿੱਚ ਕਵੀ ਨੇ, ਇਸ ਰਚਨਾ ਵਿੱਚ ਕਵੀ ਨੇ ਇੱਕ ਮਿਹਨਤੀ ਵਿਅਕਤੀ, ਇਸ ਰਚਨਾ ਵਿੱਚ ਕਵੀ ਨੇ ਇੱਕ ਮਿਹਨਤੀ ਵਿਅਕਤੀ, ਮਿਹਨਤ ਕਰਨ ਵਾਲੇ ਵਿਅਕਤੀ
ਤੇ ਦੂਜੇ ਪਾਸੇ ਦਿਖਾਵੇ ਵਾਲੇ ਵਿਅਕਤੀ ਦੀ ਗੱਲ ਕੀਤੀ। ਇੱਕ ਵਿਅਕਤੀ ਤਾਂ ਉਹ ਹੈ ਜਿਹੜੇ ਆਪਣੀ ਮਿਹਨਤ ਦੀ ਕਮਾਈ ਕਰਕੇ ਜੀਵਨ ਜਿਉਂਦਾ ਹੈ, ਤੇ ਦੂਜੇ ਪਾਸੇ ਉਹ ਹੈ ਜਿਹੜਾ ਦਿਖਾਵੇ ਦਾ। ਤਾਂ ਮਿਹਨਤੀ ਵਿਅਕਤੀ ਤੇ ਦੂਜੇ ਪਾਸੇ ਦਿਖਾਵੇ ਵਾਲੇ ਦੀ ਗੱਲ ਕੀਤੀ। ਵਿਅਕਤੀ ਤੇ ਦੂਜੇ ਪਾਸੇ ਦਿਖਾਵੇ ਵਾਲੇ ਦੀ ਗੱਲ ਕੀਤੀ है। ਜਿਹੜਾ ਵਿਅਕਤੀ ਦਿਖਾਵੇ ਵਾਲੇ ਦੀ ਗੱਲ ਕੀਤੀ ਹੈ, ਜਿਹੜਾ ਵਿਅਕਤੀ ਦਿਖਾਵਾ ਕਰਦਾ ਹੈ ਉਸ ਵਿਅਕਤੀ ਦੀ ਗੱਲ ਕੀਤੀ ਗਈ ਹੈ ਇਹਨਾਂ ਸਤਰਾਂ ਵਿੱਚ। ਇੱਕ ਪਾਸੇ ਤਾਂ ਮਿਹਨਤੀ, ਜਿਹੜਾ ਮਿਹਨਤੀ ਹੈ, ਮਿਹਨਤ ਕਰਦਾ ਹੈ, ਉਸ ਦੀ ਗੱਲ ਕੀਤੀ ਗਈ ਹੈ, ਤੇ ਦੂਜੇ ਪਾਸੇ ਉਸ ਵਿਅਕਤੀ ਨੂੰ ਲਿੱਤਾ ਗਿਆ ਹੈ ਜੋ ਦਿਖਾਵਾ, ਆਪਣੀ ਜ਼ਿੰਦਗੀ ਦਿਖਾਵੇ ਭਰੀ ਜ਼ਿੰਦਗੀ ਜਿਉਂਦਾ ਹੈ। ਤਾਂ ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ। ਰਿਜ਼ਕ ਭਾਵ ਕਮਾਈ ਦੇ, ਰੁਜ਼ਗਾਰ ਦੇ, ਪੈਸੇ, ਚਾਰ ਪੈਸੇ ਕਮਾਉਣ ਦੇ, ਰਿਜ਼ਕ ਦੇ, ਰੁਜ਼ਗਾਰ ਦੇ, ਜਿਹੜਾ ਨੰਦ ਕਿਸ਼ੋਰ ਆਇਆ, ਨੰਦ ਕਿਸ਼ੋਰ ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠਾ ਸਿਆਲਦਾ, ਨਾਲ ਬਥੇਰੇ ਹੋਰ। ਉਹ ਵੀ ਆਇਆ ਤੇ ਉਹਦੇ ਨਾਲ ਦੇ ਹੋਰ ਬਥੇਰੇ ਗੱਡੀ ਵਿੱਚ ਆਏ। ਰਾਮ ਕਲੀ ਵੀ ਨਾਲ ਸੀ, ਸੁੰਗੜ ਲੁਕਾਈ ਉਸ ਦੀ। ਰਾਮ ਕਲੀ, ਰਾਮ ਕਲੀ ਉਸ ਨੰਦ ਕਿਸ਼ੋਰ ਦੀ ਕੌਣ ਸੀ? ਪਤਨੀ ਸੀ, ਘਰ ਵਾਲੀ ਸੀ। ਉਹ ਵੀ ਉਸਦੇ ਨਾਲ ਆਈ ਸੀ। ਉਹ ਇੱਕ ਸਿਆਣੀ ਸਮਝਦਾਰ ਔਰਤ ਹੈ ਜਿਸ ਦੀ ਗੱਲ ਕੀਤੀ ਗਈ। ਤਾਂ ਪ੍ਰਸੰਗ ਸੀ ਆਪਣਾ, ਪ੍ਰਸੰਗ ਇਹ ਸੀ ਕਿ ਇਸ ਵਿੱਚ ਕਵੀ ਨੇ ਇੱਕ ਪਾਸੇ ਮਿਹਨਤੀ ਤੇ ਦੂਜੇ ਪਾਸੇ ਦਿਖਾਵੇ ਵਾਲੇ ਵਿਅਕਤੀ ਦੀ ਗੱਲ ਕੀਤੀ ਹੈ, ਤੇ ਦੋਨਾਂ ਦੀ ਤੁਲਨਾ ਕੀਤੀ ਹੈ ਕਿ ਮਿਹਨਤੀ ਵਿਅਕਤੀ ਦਾ ਜੀਵਨ ਕਿਸ ਤਰ੍ਹਾਂ ਹੈ, ਦਿਖਾਵੇ ਵਾਲੇ ਵਿਅਕਤੀ ਦੇ ਕੀ ਵਿਸ਼ੇਸ਼ਤਾਵਾਂ, ਕਿਸ ਤਰ੍ਹਾਂ ਦੀ ਗੱਲ ਉਹ ਪੇਸ਼ ਕੀਤੀ ਹੈ ਕਵੀ ਨੇ। ਤਾਂ ਵਿਆਖਿਆ ਦੀ ਗੱਲ ਕਰਦੇ ਹਾਂ ਹੁਣ ਆਪਾਂ। ਵਿਆਖਿਆ, ਕਵੀ ਕਹਿੰਦਾ ਹੈ ਕਿ ਨੰਦ ਕਿਸ਼ੋਰ ਜੋ ਕਿ ਕਮਾਈ ਲਈ ਬਿਹਾਰ ਤੋਂ ਆਉਂਦਾ ਹੈ, ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ। ਰਿਜ਼ਕ ਭਾਵ ਕਮਾਈ ਲਈ, ਰੁਜ਼ਗਾਰ ਲਈ। ਚੱਲ ਕੇ ਦੂਰ ਬਿਹਾਰ ਤੋਂ, ਕਿੱਥੋਂ ਚੱਲ ਕੇ ਆਇਆ? ਬਿਹਾਰ ਤੋਂ ਚੱਲ ਕੇ ਆਇਆ ਰੁਜ਼ਗਾਰ ਲਈ, ਕੰਮ ਲਈ। ਪਿੱਛੇ ਰੁਜ਼ਗਾਰ ਦੇ ਪਿੱਛੇ ਚੱਲ ਕੇ ਇੱਥੇ ਆਇਆ ਇੱਕ ਕੰਮ ਧੰਦੇ ਲਈ। ਨੰਦ ਕਿਸ਼ੋਰ ਜੋ ਕਿ ਕਮਾਉਣ ਲਈ ਬਿਹਾਰ ਤੋਂ ਆਉਂਦਾ ਹੈ, ਗੱਡੀ ਬੈਠਾ ਸਿਆਲ। ਗੱਡੀ ਵਿੱਚ ਬੈਠਾ ਹੈ ਤੇ ਨਾਲ ਉਹਦੇ ਹੋਰ ਬਥੇਰੇ ਵਿਅਕਤੀ ਬੈਠੇ ਹਨ। ਉਹ ਗੱਡੀ ਵਿੱਚ ਬੈਠਾ ਹੈ ਤੇ ਉਸ ਦੇ ਨਾਲ ਹੋਰ ਬਥੇਰੇ ਜਿਹੜੇ ਬੈਠੇ ਹਨ ਉਹਦੇ ਨਾਲ ਦੇ, ਬਿਹਾਰ ਤੋਂ ਜਾਂ ਹੋਰ ਕੋਈ ਲੋਕ, ਕਈ ਤਰ੍ਹਾਂ ਦੇ ਉੱਥੇ ਲੋਕ ਉਹਦੇ ਵਿੱਚ ਬੈਠੇ ਹੈ, ਉਸ ਨਾਲ ਬੈਠੇ ਹੋਏ ਹਨ। ਉਸ ਗੱਡੀ ਦੇ ਵਿੱਚ ਉਸ ਦੇ ਨਾਲ ਉਸ ਦੀ ਘਰਵਾਲੀ ਵੀ ਬੈਠੀ ਹੈ ਜਿਸ ਦਾ ਨਾਮ ਹੈ ਰਾਮਕਲੀ। ਬੈਠੇ ਨਾਲ ਬਥੇਰੇ ਹੋਰ, ਨਾ ਰਾਮਕਲੀ ਵੀ ਨਾਲ ਸੀ। ਵੀ ਨੰਦ ਕਿਸ਼ੋਰ ਵੀ ਬਿਹਾਰ ਤੋਂ ਆਉਂਦਾ ਹੈ ਤੇ ਉਹਦੇ ਨਾਲ ਹੋਰ ਬਥੇਰੇ ਵਿਅਕਤੀ ਹੈ ਜੋ ਉਸ ਨਾਲ ਬੈਠ ਕੇ ਆਉਂਦੇ ਹਨ, ਤੇ ਉਸ ਨਾਲ ਉਸਦੀ ਘਰਵਾਲੀ ਜਿਸ ਦਾ ਨਾਮ ਹੈ ਰਾਮਕਲੀ, ਜੋ ਇੱਕ ਸਿਆਣੀ ਔਰਤ ਹੈ। ਸੁੰਗੜ ਲੁਕਾਈ ਉਸ ਦੀ, ਸੁੰਗੜ ਭਾਵ ਸਿਆਣੀ, ਲੁਗਾਈ ਦਾ ਭਾਵ ਔਰਤ। ਉਸਦੀ, ਉਹਦੀ ਘਰਵਾਲੀ ਕਿਸ ਦੀ? ਨੰਦ ਕਿਸ਼ੋਰ ਦੀ। ਉਸਦੀ ਘਰਵਾਲੀ ਉਸ ਨਾਲ ਬੈਠੀ ਹੋਈ ਹੈ ਜੋ ਕਿ ਇੱਕ ਸਿਆਣੀ ਔਰਤ ਹੈ। ਨੰਦ ਕਿਸ਼ੋਰ ਆਪਣੀ ਇੱਛਾ ਅਨੁਸਾਰ ਬਿਹਾਰ ਤੋਂ ਕੰਮ ਕਰਨ ਲਈ ਆਉਂਦਾ ਹੈ। ਆਪਣੀ ਇੱਛਾ ਅਨੁਸਾਰ, ਕਿਸੇ ਕੋਈ ਧੱਕੇ ਨਾਲ, ਕੋਈ ਜ਼ੋਰ ਜ਼ਬਰਦਸਤੀ ਨਾਲ ਨਹੀਂ। ਉਹ ਆਪਣੀ ਇੱਛਾ ਅਨੁਸਾਰ ਬਿਹਾਰ ਤੋਂ ਕੰਮ ਕਰਨ ਆਉਂਦਾ ਹੈ ਰਿਜ਼ਕ ਦੇ ਪਿੱਛੇ। ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ। ਰਿਜ਼ਕ ਦੇ ਪਿੱਛੇ, ਰੁਜ਼ਗਾਰ ਦੇ ਪਿੱਛੇ ਜੋ ਨੰਦ ਕਿਸ਼ੋਰ ਹੈ ਉਹ ਬਿਹਾਰ ਤੋਂ ਆਉਂਦਾ ਹੈ ਕੰਮ ਦੇ ਪਿੱਛੇ। ਕਿਸ ਦੇ ਪਿੱਛੇ? ਕੰਮ ਦੇ ਪਿੱਛੇ ਬਿਹਾਰ ਤੋਂ ਆਉਂਦਾ ਹੈ, ਰਿਜ਼ਕ ਪਿੱਛੇ। ਸਹੀ ਸੀ ਪਹਿਲੀ ਵਿਆਖਿਆ।
जिस विच कवि ने दसिया कि बिहार तो नंद किशोर है वो आउंदा है। उस नाल होर भी बहुत ਜਿਹੜੇ ਹੋਰ भी बथेरे ਜਿਹੜੇ व्यक्ति बैठे हैं जिन्होंने रोजगार की इच्छा ਲਈ अपनी मर्जी नाल आउंदे है। ਤੇ नंद किशोर के नाल ਉਹਦੀ घरवाली भी आई है जिसका नाम है रामकली। वो सुंगड़ लुकाई है भाव सियाणी औरत है। नंद किशोर अपनी इच्छा अनुसार बिहार तो काम करन आया होया है। ये सी अपना पहला व्याख्या प्रसंग सहित व्याख्या। हुण गल करते हैं अगे लुधियाने दे कोल ही अपना दूजी व्याख्या है लुधियाने दे कोल ही। लुधियाने दे कोल ही तो लैके ना रखिया सी माधुरी। माधुरी माधुरी तक ना रखिया सी माधुरी। तो लुधियाने दे कोल ही एक बाड़ेवाल विच जड़ लगी तो पुंगरी। पुंगरी भाव फुटे रामकली दी कुख चों जन्मी बेटी उसदी ना रखिया सी माधुरी। ना रखिया सी माधुरी। लुधियाने दे कोल ही लुधियाने दे कोल ही एक पिंड बाड़ेवाल विच जड़ लगी ते पुंगरी। जड़ लगी ते पुंगरी रामकली दी कुख चों जन्मी बेटी उसदी ना रखिया सी माधुरी। कवि कहता है कि किशोर जिहड़ा नंद किशोर है जिसने लुधियाने कोल आके लुधियाने दे कोल एक पिंड है बाड़ेवाल उस पिंड विच उन्हें रहन लग पिया। उत्थे हुण उसने अपना आपदा रोजगार चला लिया उत्थे रहन लग पिया। फिर उसकी पत्नी की कुख चों जी पत्नी की कुख है वो हरी हुई भाव उसकी पत्नी ने एक बेटी नूं जन्म दिता। उसकी पत्नी ने एक बेटी नूं जन्म दिता जिसका नां रखा गया माधुरी। जिसका नां रखा गया माधुरी। लुधियाने दे कोल ही एक बाड़ेवाल विच लुधियाने दे कोल नंद किशोर लुधियाने दे कोल एक पिंड है जिसका नाम है बाड़ेवाल। तां कोल जड़ लगी ते पुंगरी उसकी पत्नी जिहड़ा नंद किशोर ते उहदी पत्नी लुधियाने दे कोल एक पिंड है बाड़ेवाल उत्थे रहन लग पे। नंद किशोर उत्थे रह के अपना रोजगार अपना कारोबार सब उन्हें उत्थे रहन लग पिया। फिर उसकी पत्नी की कुख है हरी हुई भाव उसकी पत्नी ने एक बच्ची नूं जन्म दिता एक बेटी नूं जन्म दिता जिस बेटी का नाम जिस बच्ची का नाम माधुरी रखिया। जन्मी बेटी उसदी रखिया सी माधुरी। ना की रखिया सी माधुरी। जिस बच्ची का उस बच्ची का ना की रखिया माधुरी रखिया। तो इसी दूजी व्याख्या। पहली व्याख्या च आपां गल कीती भी नंद किशोर है जो कि बिहार तो काम करने वास्ते आया है। वो भी आया है तो उसके नाल होर भी कई जने आए होर बथेरे व्यक्ति उसदे नाल बैठे है। उसदे नाल उसकी पत्नी भी आई है जिसका नाम रामकली है जो एक सियाणी औरत है। जिहड़ा नंद किशोर है वो अपनी इच्छा अपनी मर्जी के अनुसार बिहार तो इत्थे काम करने लई आया होया है या आउंदा है। दूजी व्याख्या दे विच गल कीती कि नंद किशोर ने लुधियाने दे कोल एक पिंड है बाड़ेवाल जिथे उन्हें रहन लग पिया। उहदी पत्नी दी उहदी घरवाली दी कुख हरी हुई भाव उसकी पत्नी ने एक बेटी नूं जन्म दिता जिसका नाम रखा गया माधुरी। इसी दूजी व्याख्या। हुण गल करते हाँ तीजी व्याख्या। तीजी व्याख्या इस विच है कल मैं देखी माधुरी। कल
मैं माधुरी तो लैके अखरां ते रिज़क दा। रिज़क दा। कल मैं देखी माधुरी गुत्ता बन के रेबन, गुत्ता बन के रेबन, सोहनी पट्टी पोच के ऊड़ा एड़ा लिख रही, ऊड़ा एड़ा लिख रही। बेटी नंद किशोर दी किन्ना गूढ़ा साख अखरां ते रिज़क दा। किन्ना गूढ़ा साख भाव रिश्ता, अखर भाव ते रिज़क रोजगार दा, विद्या दा किन्ना गूढ़ा रिश्ता। कवि कहता है कि उसने नंद किशोर दी बेटी, उसने नंद किशोर दी बेटी नूं देखिया, उसे पिंड दे देखिया जो कि उसे पिंड दे स्कूल विच ਜਿਹੜੀ ਜਾ ਰਹੀ ਸੀ, ਜਿਹਦੀਆਂ ਗੁੱਤਾਂ ਦੇ ਵਿੱਚ ਜਿਹੜੀਆਂ ਗੁੱਤਾਂ ਦੇ ਵਿੱਚ ਰਿਬਨ ਪਾ ਕੇ ਗੁੱਤਾਂ ਗੁੰਦ ਕੇ ਤੇ ਬੈਠੀ ਸਕੂਲ ਵਿੱਚ ਜਿਹੜੀ ਪੱਟੀ ਸੀ ਉਹ ਪੋਚ ਰਹੀ ਸੀ, ਨਾਲ ਉੱਤੇ ਊੜਾ ਐੜਾ ਲਿਖ ਰਹੀ ਸੀ ਨੰਦ ਕਿਸ਼ੋਰ ਦੀ ਬੇਟੀ। ਕਵੀ ਕਹਿੰਦਾ ਹੈ ਕਿ ਇਹਨਾਂ ਦਾ ਕਿੰਨਾ ਗੂੜਾ ਰਿਸ਼ਤਾ ਹੈ, ਅੱਖਰਾਂ ਤੇ ਰਿਜ਼ਕ ਦਾ ਭਾਵ ਕਿ ਉਹ ਰੋਜੀ ਰੋਟੀ ਲਈ ਪੜ੍ਹਾਈ ਕਰਦੇ ਹਨ, ਭਾਵ ਉਹ ਰੋਜੀ ਰੋਟੀ ਲਈ ਪੜ੍ਹਾਈ ਕਰਦੇ ਹਨ, ਉਹ ਉਹਨਾਂ ਦੀ ਕਮਾਈ ਤੇ ਪੂੰਜੀ ਵੀ ਹੈ, ਉਹਨਾਂ ਦੀ ਕਮਾਈ ਤੇ ਪੂੰਜੀ ਵੀ ਹੈ। ਵੀ ਪੜ੍ਹ ਲਿਖਣਗੇ, ਪੜ੍ਹ ਲਿਖ ਕੇ ਨੌਕਰੀ ਮਿਲੂਗੀ, ਰੋਜੀ ਰੋਟੀ ਵਧੀਆ ਚੱਲੂਗੀ। ਤਾਂ ਕਵੀ ਕਹਿੰਦਾ ਹੈ ਕਿ ਉਸਨੇ ਨੰਦ ਕਿਸ਼ੋਰ ਦੀ ਬੇਟੀ ਦੇਖੀ ਜੋ ਉਸੇ ਪਿੰਡ ਦੇ ਸਕੂਲ ਵਿੱਚ ਗੁੱਤਾਂ ਵਿੱਚ ਰਿਬਨ ਪਾ ਕੇ ਤੇ ਗੁੰਦਾ ਕੇ ਗੁੰਦ ਕੇ ਗੁੱਤਾਂ ਗੁੰਦ ਕੇ ਤੇ ਬੈਠ ਕੇ ਪੱਟੀ ਪੋਚ ਰਹੀ ਸੀ, ਭਾਵ ਤੇ ਊੜਾ ਐੜਾ ਲਿਖ ਰਹੀ ਸੀ। ਕਿੰਨਾ ਗੂੜਾ ਰਿਸ਼ਤਾ ਹੈ, ਜਿਹੜਾ ਰਿਸ਼ਤਾ ਹੈ ਉਹ ਕਿੰਨਾ ਗੂੜਾ ਹੈ ਰਿਜ਼ਕ ਤੇ ਅੱਖਰਾਂ ਦਾ, ਭਾਵ ਉਹ ਰੋਜੀ ਰੋਟੀ ਲਈ ਹੀ ਪੜ੍ਹਾਈ ਕਰਦੇ ਹਨ, ਉਹ ਕਿ ਉਹਨਾਂ ਦੀ ਕਮਾਈ ਤੇ ਪੂੰਜੀ ਹੈ, ਉਹ ਉਹਨਾਂ ਦੀ ਕਮਾਈ ਤੇ ਪੂੰਜੀ ਹੈ। ਤਾਂ ਤੀਜੀ ਵਿਆਖਿਆ ਵਿੱਚ ਕਵੀ ਨੇ ਦੱਸਿਆ ਕਿ ਕਿਸ ਤਰ੍ਹਾਂ ਅੱਖਰ ਤੇ ਰਿਜ਼ਕ ਦਾ ਰਿਸ਼ਤਾ ਹੈ, ਉਹਨਾਂ ਦੇ ਗੂੜਾ ਸਾਖ ਹੈ ਅੱਖਰ ਅਤੇ ਰਿਜ਼ਕ ਦਾ, ਰੋਜੀ ਰੋਟੀ ਲਈ ਪੜ੍ਹਾਈ ਕਰਨ ਦਾ ਕਿੱਡਾ ਗੂੜਾ ਰਿਸ਼ਤਾ ਹੈਗਾ। ਇਹ ਸੀ ਤੀਜੀ ਵਿਆਖਿਆ। ਹੁਣ ਗੱਲ ਕਰਾਂਗੇ ਚੌਥੀ ਦੀ। ਐਸੇ ਪਿੰਡ ਦੇ ਐਸੇ ਪਿੰਡ ਦੇ ਐਸੇ ਪਿੰਡ ਦੇ ਤੋਂ ਲੈ ਕੇ ਅਕਾਖਿਆਂ ਲੈ ਕੇ ਕਾਖਿਆਂ ਕਾਖਿਆਂ ਭਾਵ ਦਿਖਾਵੇ ਦਾ, ਭਾਵ ਦਿਖਾਵੇ ਦਾ। ਐਸੇ ਪਿੰਡ ਦੇ ਲਾਡਲੇ, ਐਸੇ ਪਿੰਡ ਦੇ ਲਾਡਲੇ ਪੋਤੇ ਅਸ਼ਰ ਸਿੰਘ ਦੇ ਵਹਿ ਬਾਪੂ ਦੀ ਕਾਰ ਵਿੱਚ ਲੁਧਿਆਣੇ ਆਂਦੇ, ਕੌਨਵੈਂਟ ਵਿੱਚ ਪੜ੍ਹਦੇ, ABCD ਸਿੱਖਦੇ ਪੋਤੇ ਅਸ਼ਰ ਸਿੰਘ ਦੇ ਕਿੰਨਾ ਗੂੜਾ ਰਿਸ਼ਤਾ ਹੈ ਸਾਖ, ਕਿੰਨਾ ਗੂੜਾ ਸਾਖ ਹੈ ਅੱਖਰ ਅਤੇ ਅਕਾਖਿਆਂ ਦਾ, ਅੱਖਰ ਅਤੇ ਅਕਾਖਿਆਂ ਦਾ ਕਿੰਨਾ ਗੂੜਾ ਰਿਸ਼ਤਾ ਹੈ, ਭਾਵ ਦਿਖਾਵਾ, ਅਕਾਖਿਆਂ ਭਾਵ ਦਿਖਾਵਾ ਕਰਨ ਵਾਲਿਆਂ ਦਾ। ਤਾਂ ਕਵੀ ਕਹਿੰਦਾ ਹੈ ਕਿ ਇਸ ਪਿੰਡ ਦਾ
इस पिंड का भाव नंद किशोर दे ही पिंड का, जिस पिंड विच नंद किशोर रह रहा सी उसे पिंड का उसे पिंड विच एक अशर सिंह का पोता अपने बापू की कार विच बह के वो लुधियाने आ रहे हैं। वो लुधियाने प्राइवेट स्कूल विच पढ़ता है ते वो ABCD पढ़ता है सीखता है। ते पोते अशर सिंह का जिहड़ा पोता है ते कहा कि उन्हां दोहां दा अखरां ते आकाखियां दा किन्ना गूढ़ा रिश्ता है। भाव अमीर लोग बस पढ़ाई दिखावे लई करते हैं। अमीरां दी पढ़ाई किस लई है? दिखावे लई है। गरीब दी पढ़ाई किस लई सी? रोजी रोटी लई। रोजी रोटी लई पढ़ाई करते। अमीर किस लई कर रहा है? दिखावे दे लई। ते ये केवल इन्ना ही दिखावा है कि इन्हां दी इच्छा ही नहीं हुंदी पढ़न दी, सिर्फ दिखावा ही हुंदा है। उन्हां नूं धक्के नाल पढ़ाया जाता है। उन्हां दी पढ़न दी इच्छा ही नहीं हुंदी, धक्के नाल पढ़ाया जाता है। तो कवि कहता है जिस पिंड विच नंद किशोर रहिंदा सी उसे पिंड दे विच जो अशर सिंह दा पोता है जो कि लुधियाने अपने बापू की कार विच बह के जाता है तो प्राइवेट स्कूल विच पढ़ता है। उत्थे जाके वो ABCD सीखता है, पढ़ता है। अमीरां दी पढ़ाई सिर्फ दिखावे की पढ़ाई है, दिखावे वास्ते पढ़ते हैं। वो उन्होंने उन्हों का अखरां ते आकाखियां का किन्ना गूढ़ा रिश्ता। आकाखियां भाव दिखावा करने वाला, भाव अमीर लोगों की पढ़ाई सिर्फ दिखावे लई हुंदी है, केवल इन्हां दी दिखावा ही है। इन्हां दी इच्छा नहीं हुंदी पढ़न दी, सिर्फ दिखावे वास्ते पढ़ते हैं जो अमीर लोग होंगे। तो ये सी अपनियां व्याख्यावां। हुण गल करांगे प्रश्न की। प्रश्न है आया नंद किशोर कविता का सार भी कह सकते हो, विषय वस्तु भी कह सकते हो। अपने शब्दां विच लिखो। अपने शब्दां विच लिखने हैं आया नंद किशोर। आया नंद किशोर कविता सुरजीत पात्र की कविता है। आया नंद किशोर कविता सुरजीत पात्र की कविता है। इस कविता विच कवि ने एक पासे मेहनती ते दूजे पासे दिखावे वाले की गल की। एक पासे तो मेहनती व्यक्ति की गल कर रहा है तो दूजे पासे जो दिखावा करते उन्हां की गल करता है इस कविता दे विच। तो कवि कहता है कि नंद किशोर जो कि कमाई लई कमाउण लई रोजगार लई बिहार तो आउंदा है, गड्डी विच बैठा है तो उस नाल होर बथेरे व्यक्ति बैठे हैं जिहड़े रोजगार की भाल विच इत्थे आउंदे। उसदे नाल उसदी घरवाली जिसका नाम है रामकली भी बैठी है, जो कि एक समझदार ते सुंगड़ लुकाई है। समझदार लुकाई है भाव औरत है। नंद किशोर अपनी इच्छा अनुसार बिहार तो काम कर लई इत्थे आउंदा है। नंद किशोर लुधियाने दे कोल एक पिंड बाड़ेवाल विच रहन लग पैंदा है। उत्थे उसकी पत्नी की कुख हरी हुंदी है, भाव उसकी पत्नी एक बेटी नूं जन्म दिंदी है जिसका नाम माधुरी रखा जाता है, जिसका नाम माधुरी रखा जाता है। उस नंद किशोर की बेटी कवि नूं एक दिन दिखता है, दिसदी है कि उसे नंद किशोर की बेटी उसे पिंड दे स्कूल विच दो गुत्ता करी रीबन पा के गुत्तां नूं गुंद के गुत्तां बैठी पट्टी पोच रही है तो ऊड़ा एड़ा लिख रही होंगी।
कवि कहता है किन्ना गूढ़ा रिश्ता है अखरां ते रिज़क दा, किन्ना गूढ़ा रिश्ता है अखरां ते रिज़क दा, भाव रोजी रोटी लई पढ़ाई करते हैं। भाव वो रोजी रोटी लई पढ़ाई करते हैं। उन्हां लई उन्हां दा ये उन्हां दी कमाई भाव उन्हां दी पूंजी है। उसे पिंड दा जिस पिंड विच नंद किशोर रहिंदा है उसे पिंड दे अशर सिंह दा पोता अपने बापू दी कार विच बह के लुधियाने शहर कॉन्वेंट स्कूल प्राइवेट स्कूल विच पढ़न जाता है। उत्थे जाके वो ABCD पढ़ता है, लिखता है, सीखता है। पोता अशर सिंह दा ते कहा है कि उन्हां दोहां दा अखरां ते अकाखियां दा किन्ना गूढ़ा रिश्ता है। अखर सिक्ख्या, अकाखियां दिखावे दा, पढ़ाई दा दिखावे दा उहदा जिहड़ा किन्ना गूढ़ा रिश्ता है। भाव अमीर लोग बस पढ़ाई दिखावे लई करते हैं। किस लई? दिखावे लई। ये केवल इन्ना ही दिखावा ही है कि इन्हां दी इच्छा नहीं हुंदी पढ़न दी, फिर भी सिर्फ दिखावे वास्ते इन्हां नूं पढ़ना पैंदा है, दिखावा करना पैंदा है। तां इह सी आया नंद किशोर कविता दा सार। हुण गल करदे हां केंद्री भाव। आया नंद किशोर कविता दा केंद्री भाव लिखो। केंद्री भाव लिखो। आया नंद किशोर। आया नंद किशोर कविता सुरजीत पात्र की लिखी हुई कविता। इस कविता विच कवि ने नंद किशोर वर्गे बिहार तो आउण वाले ते वो अपनियां इच्छावां पूरियां करन लई रोजी रोटी लई पढ़ाई करते हैं, पर दूजे पासे अशर सिंह वर्गे केवल दिखावा ही करते हैं। उन्हां दी गल कीती ते इस विच कवि ने एक पासे एक मेहनती व्यक्ति की गल कीती है ते दूजे पासे दिखावा करने वाले व्यक्ति की गल कीती है। इसी अपना 10वां पाठ सुरजीत पात्र की दूजी कविता आया नंद किशोर। पिछली वीडियो दे विच पुरखियां दे रस्ते ते अपनी जिहड़ी कविता हो गई सी 10वें पाठ की। हुण आपां इस वीडियो दे विच आया नंद किशोर जो है कविता पूरी कर ली है। 10वां पाठ पूरा होंदा है। अभ्यास वाले प्रश्न तुसीं आपदे स्तर ते, क्योंकि अभ्यास के जिन्ने प्रश्न है वो इस पाठ दे विच पाठ तुहानूं सारा ही हल करवा दिता। दोनों कवितावां विचों है, दोनों कवितावां दा एक एक व्याख्या करवा दी गई, पूरी व्याख्या हो चुकी है। इसलिए वो तुसीं आपदे स्तर ते हल करने हैं। हुण करांगे अगली वीडियो दे विच पाठ 11वां डॉक्टर जगतार। उन्ने समय दे विच तुसीं इस वीडियो नूं ध्यान नाल सुनना, समझना अते काम नूं नोट करना। धन्यवाद।